ਆਪਣਾ ਅੰਮ੍ਰਿਤਸਰ ਟੀਮ ਅੱਜ ਪਹੁੰਚੀ ਹੈ ਅਜਨਾਲਾ ਰੋਡ ਤੇ ਸਥਿਤ ਹਰਤੇਜ ਹਸਪਤਾਲ ਵਿਖੇ। ਇੱਥੇ ਸਾਡੀ ਗੱਲਬਾਤ ਹੋਈ ਹਰਤੇਜ ਹਸਪਤਾਲ ਦੇ ਐਮਡੀ ਡਾਕਟਰ ਐਚ.ਐਸ. ਨਾਗਪਾਲ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੋਵਿਡ-19 ਦੇ ਟੀਕਾਕਰਨ ਦੀ ਸ਼ੁਰੂਆਤ ਵਾਸਤੇ ਉਹਨਾਂ ਦੇ ਹਸਪਤਾਲ ਵਿੱਚ ਕੀ ਤਿਆਰੀਆਂ ਕੀਤੀਆਂ ਗਈਆਂ ਹਨ। ਨਾਲ ਹੀ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਹੋਰਨਾਂ ਇਲਾਜਾਂ ਵਾਸਤੇ ਉਹਨਾਂ ਦੇ ਹਸਪਤਾਲ ਵਿੱਚ ਕੀ ਸੇਵਾਵਾਂ ਉਪਲਬਧ ਹਨ। ਆਓ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੋ ਸਾਡੀ ਗੱਲਬਾਤ ਹੋਈ ਹਰਤੇਜ ਹਸਪਤਾਲ ਦੇ ਐਮਡੀ ਡਾਕਟਰ ਐਚ.ਐਸ. ਨਾਗਪਾਲ ਜੀ ਦੇ ਨਾਲ। ਡਾਕਟਰ ਐਚ.ਐਸ. ਨਾਗਪਾਲ ਸਾਹਿਬ, ਆਪਣਾ ਅੰਮ੍ਰਿਤਸਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਅਸੀਂ ਗੱਲ ਕਰਨਾ ਚਾਹਾਂਗੇ ਕਿ ਅੱਜ ਇਸ ਹਸਪੀਟਲ ਨੂੰ 31-32 ਸਾਲ ਹੋ ਗਏ ਨੇ। ਕੀ ਮਾਡਰਨ ਬਦਲਾਵ ਆਏ ਨੇ, ਕੀ ਫੈਸਿਲਿਟੀਜ਼ ਇਸ ਹਸਪਤਾਲ ਵੱਲੋਂ ਪ੍ਰੋਵਾਈਡ ਕਰਾਈ ਜਾ ਰਹੀ? ਅੱਜ ਤੋਂ ਲਗਭਗ 31 ਸਾਲ ਪਹਿਲੇ 1989 ਦੇ ਵਿੱਚ ਇਸ ਹਸਪਤਾਲ ਨੂੰ ਅਸੀਂ ਐਜ਼ ਏ ਮੈਟਰਨਿਟੀ ਹਸਪੀਟਲ ਸ਼ੁਰੂ ਕੀਤਾ ਸੀ। ਉਹਦਾ ਨਾਮ ਹੀ ਹਰਤੇਜ ਮੈਟਰਨਿਟੀ ਹਸਪੀਟਲ ਰੱਖਿਆ ਸੀ ਕਿਉਂਕਿ ਉਸ ਟਾਈਮ ਮੇਰੀ ਵਾਈਫ ਨੇ ਸ਼ੁਰੂ ਕਰਨਾ ਸੀ। ਐਂਡ ਓਵਰ ਦ ਈਅਰਸ 31 ਈਅਰਸ ਵਿੱਚ ਅਸੀਂ ਫੁੱਲ ਫਲੈਜਡ ਇੱਕ 100 ਬੈਡਡ ਹਸਪੀਟਲ ਬਣਾਇਆ। ਐਂਡ ਇਟਸ ਅ ਮਲਟੀ ਸਪੈਸ਼ਲਿਟੀ ਸੁਪਰ ਸਪੈਸ਼ਲਿਟੀ ਹਸਪੀਟਲ ਜਿਹੜਾ ਕਿ most modern technology ਜਿਹੜੀ ਅੱਛੇ ਹਸਪੀਟਲ 'ਚ ਅਵੇਲੇਬਲ ਹੋਣੀ ਚਾਹੀਦੀ ਹੈ, ਉਹ ਅਸੀਂ ਸਾਰੀ 22 ਸਾਲਾਂ ਤੋਂ ਲੈ ਕੇ ਰਾਈਟ ਫਰੋਮ ਦ ਰਾਦਰ ਆਈ ਵਿਲ ਸੇ ਕਿ ਜਦੋਂ ਮੈਂ ਸ਼ੁਰੂ ਕੀਤਾ ਸੀ, ਮੇਰਾ ਏਮ ਹੀ ਇਹ ਸੀ ਕਿ ਇੱਕ ਚੰਗੀ ਟੀਮ ਹੋਵੇ ਅਤੇ ਟੈਕਨੋਲੋਜੀ ਹੋਵੇ ਜਿਹੜੀ ਕਿ ਮਿਡਲ ਕਲਾਸ, ਲੋਅ ਕਲਾਸ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਉਹ ਵਾਲਾ ਇਲਾਜ ਮਿਲੇ ਜਿਹੜਾ ਅਸੀਂ ਰੋਜ਼ ਇਮੈਜਿਨ ਕਰਦੇ ਹਾਂ ਕਿ ਕਾਰਪੋਰੇਟਸ ਮਿਲਦਾ ਹੈ, ਕਿੱਥੇ ਮਿਲਦਾ। ਉਹਦੇ ਵਿੱਚ ਮੈਂ ਸ਼ੁਰੂ ਤੋਂ ਹੀ ਆਪਣੇ ਹਸਪੀਟਲ ਦੇ ਵਿੱਚ ਸੈਂਟਰਲਾਈਜ਼ ਮੈਂ ਕਈ ਫਸਟ ਕੀਤੇ ਸ਼ਹਿਰ ਵਿੱਚ ਆ ਕੇ, ਲਾਈਕ ਸੈਂਟਰਲ ਸਪਲਾਈ ਥਰੂ ਦੀ ਹਸਪੀਟਲ, ਈਵਨ ਜਨਰਲ ਵਾਰਡ ਬੈੱਡ ਦੇ ਵਿੱਚ। ਇਸ ਹਸਪੀਟਲ ਦੇ ਵਿੱਚ ਮੈਂ ਪਹਿਲੇ ਦਿਨ ਤੋਂ ਰਾਈਟ ਫਰੋਮ ਇਟਸ ਇਨਸੈਪਸ਼ਨ ਉਹ ਲਗਵਾਈ। ਜਦੋਂ ਜੋ ਬੈੱਡ ਐਡ ਕੀਤੇ ਨਾਲ ਉਹ ਮੈਂ ਇੰਕਰੀਜ਼ ਕੀਤੇ। ਫਿਰ ਇਹਨੂੰ ਕਿਸੇ ਸਟੈਂਡਰਡ 'ਤੇ ਲਿਆਉਣ ਵਾਸਤੇ ਓਵਰ ਦ ਈਅਰਸ ਆਈ ਫੌਟ। ਐਂਡ ਸਭ ਤੋਂ ਪਹਿਲੇ ਜਿਹੜੀ ਹਾਈਐਸਟ ਐਕ੍ਰੈਡੀਟੇਸ਼ਨ ਹੈਗੀ ਹੈ NABH ਜਿਹਨੂੰ ਅਸੀਂ ਕਹਿੰਦੇ ਹਾਂ ਫੁੱਲ ਫਲੈਜਡ। ਅਜੇ ਕਿ ਮੇਰਾ ਹਸਪਤਾਲ ਕਾਫੀ ਪੁਰਾਣਾ ਬਣਿਆ ਹੋਇਆ ਸੀ ਐਂਡ ਆਈ ਹੈਡ ਟੂ ਮੇਕ ਮੈਨੀ ਮੋਡੀਫਿਕੇਸ਼ਨਸ ਇਨ ਸਟਰਕਚਰ ਡਿਜ਼ਾਈਨ, ਬਟ ਆਈ ਮੇਡ ਇਟ ਏ ਗੋਲ ਕਿ ਮੈਂ ਇਹਨੂੰ NABH ਕਰਾਉਣਾ ਹੈ। ਔਰ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲੇ ਇਹਨੂੰ ਮੈਂ NABH ਕਰਾਇਆ। ਬਾਕੀ ਹਸਪੀਟਲਸ ਨੇ ਬਾਅਦ 'ਚ ਇੱਕ ਮਤਲਬ ਇੱਕ ਬਣ ਗਿਆ ਵੀ ਇਹ ਕਰਾਉਣਾ ਚਾਹੀਦਾ ਹੈ। ਨੋ ਦੇਅਰ ਆਰ ਮੈਨੀ ਹਸਪੀਟਲਸ, ਬਟ ਉਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਾਰਪੋਰੇਟ ਨੂੰ ਛੱਡ ਕੇ 2015 ਵਿੱਚ ਇਹਨੂੰ ਮੈਂ ਇੱਕ ਮਤਲਬ ਕਿ ਇੱਕ ਲਿਆਂਦਾ, ਮਾਡਲ ਲਿਆਂਦਾ ਵੀ ਹੋਣਾ ਚਾਹੀਦਾ NABH, ਐਂਡ ਪੀਪਲ ਸਟਾਰਟਿਡ ਡੂਇੰਗ ਇਟ। ਫਿਰ ਤੁਸੀਂ ਹੁਣ ਦੇਖਿਆ ਹੋਵੇਗਾ ਕੋਵਿਡ ਦੇ ਵਿੱਚ ਆਕਸੀਜਨ ਦੀ ਬੜੀ ਪ੍ਰੋਬਲਮ ਰਹੀ ਹੈ। ਕੋਵਿਡ ਦੇ ਵਿੱਚ ਬਹੁਤ ਪ੍ਰੋਬਲਮ ਰਹੀ, ਆਕਸੀਜਨ ਦੀ ਸ਼ਾਰਟੇਜ। ਯੂ ਹੈਵ ਬੀਨ ਵਿਜ਼ਿਟਿੰਗ ਸਾਰੇ ਸਟੇਟ ਵਿੱਚ ਵੀ, ਨੇਸ਼ਨ ਵਿੱਚ ਵੀ। ਬਟ ਮੈਂ ਅੱਜ ਤੋਂ 15 ਸਾਲ ਪਹਿਲੇ ਮੇ ਵੀ 15 ਮੇ ਵੀ 10 ਆਈ ਡੋਂਟ ਰਿਮੈਂਬਰ, ਬਟ ਆਪਣਾ ਆਕਸੀਜਨ ਜਨਰੇਟਰ ਲਵਾ ਲਿਆ ਸੀ। ਉਹਨੂੰ ਫਿਰ ਫਸਟ ਟਾਈਮ ਮੈਂ ਅੰਮ੍ਰਿਤਸਰ ਲੈ ਕੇ ਆਂਦਾ ਸੀ। ਲੋਕੀ ਬਹੁਤ ਸਕੈਪਟੀਕਲ ਸੀ ਇਹਦੇ ਬਾਰੇ ਕਿ ਕਾਮਯਾਬ ਹੋਏਗਾ ਕਿ ਨਹੀਂ ਹੋਏਗਾ, ਬਟ ਇਟ ਹੈਜ਼ ਪ੍ਰੂਵਡ। ਐਂਡ ਹੁਣ ਸਾਰੇ ਵੱਡੇ ਹਸਪੀਟਲ ਜਿੰਨੇ ਵੀ ਤੁਸੀਂ ਨੇਮ ਕਰ ਸਕਦੇ ਉਹਨਾਂ ਨੇ ਫੋਲੋ ਕੀਤਾ, ਔਰ ਉਹਨਾਂ ਸਾਰਿਆਂ ਨੇ ਉਹ ਜਿਹੜਾ ਮੈਂ ਲਗਵਾਇਆ ਸੀ ਉਹ ਸਾਰਿਆਂ ਨੇ ਲਗਵਾਈ। ਪਾਠਕ ਜ਼ਰੂਰ ਜਾਣਨਾ ਚਾਹਣਗੇ ਕਿ ਕੀ ਮੇਜਰ ਫੈਸਿਲਿਟੀਜ਼ ਔਰ ਕੀ ਮੇਜਰ ਟ੍ਰੀਟਮੈਂਟ ਹੈ ਇੱਕ ਪੇਸ਼ੈਂਟਸ ਦੇ ਲਈ ਇਸ ਹਸਪੀਟਲ ਹਰਤੇਜ ਹਸਪੀਟਲ ਵਿੱਚ ਉਪਲਬਧ ਹੈ। Basically, it's an advanced surgical, laparoscopy and gynae center. ਅਸੀਂ ਸਾਰੀਆਂ ਸਪੈਸ਼ਲਿਟੀਜ਼ ਆਈ ਨੂੰ ਨਹੀਂ ਡੀਲ ਕਰਦੇ, ਬਾਕੀ ਸਾਰੀ ਸਪੈਸ਼ਲਿਟੀਜ਼ ਨੂੰ ਅਸੀਂ ਲੈਂਦੇ ਹਾਂ। ਅਸੀਂ ਬੇਸਿਕਲੀ ਇਟਸ ਸਰਜੀਕਲ ਸੈਟਅਪ, ਐਡਵਾਂਸ ਸਰਜੀਕਲ ਸੈਟਅਪ ਹੈ ਜਿਹਦੇ 'ਚ ਅਸੀਂ ਹਰ ਤਰ੍ਹਾਂ ਦੀ ਸਰਜਰੀ ਜਿਹੜੀ ਹੋਣੀ ਚਾਹੀਦੀ ਹੈ, ਲਾਈਕ ਕੈਂਸਰ ਸਰਜਰੀ, ਗੈਸਟ੍ਰੋ ਸਰਜਰੀ, ਦੂਰਬੀਨਾ ਸਰਜਰੀ ਨੂੰ ਅਸੀਂ ਲੈਪਰੋਸਕੋਪਿਕ ਸਰਜਰੀ ਕਹਿੰਦੇ ਹਾਂ, ਗਾਇਨੀ ਸਰਜਰੀਜ਼, ਯੂਰੋਲੋਜੀ, ਸਪਾਈਨ ਸਰਜਰੀ, ਜੁਆਇੰਟ ਬਦਲਣ ਦੀਆਂ ਜਿੰਨੀਆਂ ਵੀ ਮਤਲਬ ਕਿ ਫੈਸਿਲਿਟੀਜ਼ ਹੋ ਸਕਦੀਆਂ ਅਸੀਂ ਪ੍ਰੋਵਾਈਡ ਕਰਦੇ ਹਾਂ। ਅਸੀਂ ਹੁਣ ਈਅਰ ਦੇ ਵਿੱਚ ਵੀ ਅਸੀਂ ਸ਼ਾਇਦ ਥੋੜ੍ਹੇ ਦਿਨਾਂ ਵਿੱਚ ਵੀ ਅਸੀਂ ਕੋਕਲੀਅਰ ਇੰਪਲਾਂਟ ਵੀ ਕਰਦੇ ਹਾਂ। ਈਅਰ ਵਿੱਚ ਵੀ ਅਸੀਂ ਜਾ ਰਹੇ ਹਾਂ ਉਸ ਸਾਈਡ 'ਤੇ। ਸੋ ਵਟ ਐਵਰ every hospital should do, like
in the modern setup, we have tried to do it. And मेरा ड्रीम है सी कि ये एडवांस सर्जिकल सेंटर बनाना है तो थोड़े ऑपरेशन थिएटर्स भी बड़े एडवांस्ड होने चाहिए। मैं पहली बारी थिएटर जो नवे बनाए मतलब कि 2000 लगभग 2000 ਵਿੱਚ ਬਣਾਏ ਸੀ, ਉਹ ਵੀ ਮਾਡਰਨ ਬਣਾਏ ਸੀ। ਫਿਰ ਕਨਸੈਪਟ ਆ ਗਿਆ ਨਵੇਂ ਥੀਏਟਰਸ ਦਾ, ਮਾਡਰਨ ਦਾ, ਹਾਈ-ਫਾਈ ਥੀਏਟਰਸ ਦਾ। ਫਿਰ ਮੈਂ ਸਭ ਤੋਂ ਪਹਿਲੇ ਅੰਮ੍ਰਿਤਸਰ ਦੇ ਵਿੱਚ ਈਵਨ ਕਾਰਪੋਰੇਟ ਹਸਪੀਟਲ ਵਿੱਚ ਵੀ ਉਹੋ ਜਿਹੇ ਥੀਏਟਰ ਨਹੀਂ ਹੈਗੇ ਸੀ ਜਿਹੜੇ ਮੈਂ 2011 ਦੇ ਵਿੱਚ ਆਪਣੇ ਹਸਪਤਾਲ ਦੇ ਵਿੱਚ ਸੈਟਅਪ ਕਰ ਦਿੱਤੇ। ਐਂਡ ਦੈਨ ਸਟਾਰਟਡ ਵੀ ਹੈਵ ਵੈਰੀ ਹਾਈ-ਫਾਈ ਹਾਈਲੀ ਕਲੀਨ ਥੀਏਟਰ ਜਿਹੜੇ ਹੋਣੇ ਚਾਹੀਦੇ ਆ, ਜਿਹੜੇ ਕਿ ਤੁਸੀਂ ਕਿਸੇ ਵੀ ਦਿੱਲੀ 'ਚ ਕਿਸੇ ਵੱਡੇ ਹਸਪਤਾਲ ਜਾਓਗੇ ਮੈਕਸ ਵਿੱਚ ਪੋਲੋ ਤੋਂ ਉਹੋ ਜਿਹੇ ਥੀਏਟਰ ਮਿਲਣਗੇ। ਐਂਡ ਸੈਕਿੰਡ ਪੁਆਇੰਟ ਇਜ਼ ਕਿ ਅਸੀਂ ਐਸੇ ਫੈਮਿਲੀ ਇਸ ਹਸਪਤਾਲ ਨੂੰ ਰਨ ਕਰਦੇ ਹਾਂ ਐਂਡ ਪੇਸ਼ੈਂਟ ਨੂੰ ਪਰਸਨਲ ਟੱਚ ਦੇ ਵੀ ਹਮੇਸ਼ਾ ਜ਼ਰੂਰ ਦਿੱਤਾ ਜਾਂਦਾ। ਜੀ ਕਿੰਨੇ ਮੈਂਬਰ ਹੈਗੇ ਨੇ ਤੁਹਾਡੇ ਵਾਈਫ ਵੀ ਕੀ ਸਰਜਨ ਨੇ? My wife is gynecologist. Yeah. She's about 40 years experienced gynecologist and obstetricians. And my son, my daughter-in-law, दोनों ही मेरी तरह सर्जन थे, लेप्रोस्कोपी सर्जन ने। उन्होंने ਦਾ ਵੀ ਹੁਣ 12 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ and they have been trained by the best possible best surgeon, renowned surgeon in their career. ਤੁਹਾਡਾ ਸਰ ਲੋਕ ਐਕਸਪੀਰੀਅੰਸ ਰਿਹਾ ਐਜ਼ ਅ ਸਰਜਨ ਤੇ ਤੁਸੀਂ ਤੁਹਾਨੂੰ ਕੁਝ ਯਾਦ ਹੋਏਗਾ ਕਿੰਨੀ ਕੁ ਸਰਜਰੀ ਤੁਸੀਂ ਕਰ ਚੁੱਕੇ ਹੋ, ਸਪੈਸ਼ਲਿਟੀ ਤੁਸੀਂ ਹੈਗੀ ਹੋ? Well, to be honest, मैं अपनी लॉग बुक नहीं रखी कोई। मेरे ਜਿਹੜੇ ਗੁਰੂ ਸੀ ਉਹ ਡਾਕਟਰ ਬਲਵੰਤ ਸਿੰਘ ਤੁੰਗ ਸੀ, ਉਹਨਾਂ ਕੇ ਟੈਲੈਂਟਡ ਸਰਜਨ ਔਰ ਇੱਕ ਮਤਲਬ ਕਿ ਸੇਂਟਲੀ ਬੰਦੇ ਸੀ। ਉਹ ਕਹਿੰਦੇ ਸੀ ਵੀ ਤੁਸੀਂ ਆਪਣਾ ਕੰਮ ਕਰੀ ਜਾਓ ਤੇ ਆਪਣਾ ਮਤਲਬ ਕਿ ਬਹੁਤਾ ਇਹ 'ਚ ਲਿਖਣ ਪੜਿਆ ਨਹੀਂ ਵੀ ਮੈਂ ਇੰਨੇ ਕੇਸ ਕਰ ਲਏ, ਇਹੋ ਜਿਹਾ ਅਭਿਮਾਨ ਨਾ ਕਰਿਆ। ਬਟ ਜੇ ਮੈਂ ਆਪਣਾ ਹਿਸਾਬ ਚਲਾਵਾਂ ਤੇ ਮੈਨੂੰ 40 ਸਾਲ ਹੋ ਗਏ, ਮੋਰ ਦੈਨ 40 years ਹੋ ਗਏ, ਜਿਹਦੇ ਵਿੱਚੋਂ ਮਤਲਬ ਕਿ 37 years ਜਿਹੜੇ ਐਕਟਿਵਲੀ ਮੈਂ ਕੀਤੇ। ਮਤਲਬ ਕਿ ਪਹਿਲੇ ਹੋ ਸਕਦਾ ਮੇਰਾ ਕੋਈ ਲਰਨਿੰਗ ਸਟੇਜ ਵਿੱਚੋਂ ਨਿਕਲੀ ਹੋਵੇ, ਉਹਦੇ ਵਿੱਚ ਮੈਂ ਰਫਲੀ ਇੱਕ ਸਾਲ ਦੇ ਵਿੱਚ ਕੋਈ 3, 3.5, 4 ਹਜ਼ਾਰ ਕੇਸ ਕਰਦਾ ਹਾਂ। ਤੇ ਹੁਣ ਤੇ ਅਸੀਂ ਫੈਮਿਲੀ ਕਰਦੇ ਹਾਂ, ਪਹਿਲੇ ਮੈਂ ਇਕੱਲਾ ਮੈਂ ਤੇ ਮੇਰੀ ਵਾਈਫ ਕਰਦੇ ਰਹੇ ਹਾਂ, ਉਸ ਨਾਲ ਮਲਟੀਪਲਾਈ ਕਰ ਲਓ ਤੁਸੀਂ ਤੁਹਾਡੀ ਸਮਾਜ ਨੂੰ ਮਹਾਨ ਇੱਕ ਦੇਣ ਹੈਗੀ ਹੈ ਇਸ ਹਸਪੀਟਲ ਦੀ, ਤੇ ਤੁਸੀਂ ਐਮਰਜੈਂਸੀ ਸੇਵਾਵਾਂ ਕੀ ਪ੍ਰੋਵਾਈਡ ਕਰਾ ਰਹੇ ਹੋ ਜੀ? ਐਮਰਜੈਂਸੀ ਅਸੀਂ 24 ਆਵਰਸ ਸਪਲਾਈ ਕਰਦੇ ਹਾਂ, ਲੋਕਾਂ ਨੂੰ ਦਿੰਦੇ ਹਾਂ। ਉਹਦੇ 'ਚ ਅਸੀਂ ਜਿਹੜਾ ਵੀ ਪੇਸ਼ੈਂਟ ਆ ਜਾਂਦਾ, ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹਨੂੰ ਫਸਟ ਏਡ ਦੇ ਦਿੰਦੀ ਹੈ। ਬਟ ਜਿਹੜੀ ਫੈਸਿਲਿਟੀ ਸਾਡੇ ਕੋਲ ਨਹੀਂ ਹੁੰਦੀ, ਲਾਈਕ ਸਾਡੇ ਕੋਲ ਬਾਈਪਾਸ ਨਹੀਂ, ਸਾਡੇ ਕੋਲ ਸਟੈਂਟਿੰਗ ਨਹੀਂ ਹੈ, ਸਾਡੇ ਕੋਲ ਬਰਨਸ ਅਸੀਂ ਨਹੀਂ ਮੈਨੇਜ ਕਰਦੇ, ਅਸੀਂ ਲਿਖ ਕੇ ਲੈ ਕੇ ਅਸੀਂ ਇਹ ਕੰਮ ਨਹੀਂ ਕਰਦੇ ਹੈਗੇ, ਉਹਨਾਂ ਨੂੰ ਅਸੀਂ ਫਸਟ ਏਡ ਦੇ ਕੇ ਜੋ ਸਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿੱਥੇ ਉਹ ਚਾਹਣ ਜਾਂ ਜਿੱਥੇ ਅਸੀਂ ਉਹ ਸਾਨੂੰ ਕਹਿਣ ਸਾਡੀ ਰਾਏ ਲੈਣ, ਉੱਥੇ ਅਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਪਹੁੰਚਾਉਣ ਵਿੱਚ ਰੈਫਰ ਕਰਨ 'ਚ ਹੈਲਪ ਕਰਦੇ ਹਾਂ। ਓਟੀ ਔਰ ਆਈਸੀਯੂ ਦੀ ਸੁਵਿਧਾਵਾਂ ਤੁਹਾਡੇ ਕੋਲ ਹੈਗੀਆਂ? ਆਈਸੀਯੂ ਤਾਂ ਹੈ ਹੀ ਹੈ ਸਾਡੇ ਕੋਲ ਕੋਈ ਤਕਰੀਬਨ 12 ਬੈੱਡ ਦਾ ਆਈਸੀਯੂ ਹੈ, ਸਟੈਪ ਡਾਊਨ ਹੈ ਵਿਦ ਐਂਬੂਲੈਂਸ ਸਰਵਿਸਿਜ਼? ਐਂਬੂਲੈਂਸ ਸਾਡੇ ਕੋਲ 2 ਹੈਗੀਆਂ, ਐਂਬੂਲੈਂਸ ਨੇ ਇੱਕ ਪ੍ਰੋਪਰਲੀ ਆਈਸੀਯੂ ਟਾਈਪ ਐਂਬੂਲੈਂਸ ਹੈਗੀ ਹੈ ਜਿਸ ਸਾਰਾ ਕੁਛ ਹੈਗਾ। ਇੱਕ ਛੋਟੀ ਐਂਬੂਲੈਂਸ ਹੈ ਜਿਹੜੀ ਕਿ ਲੋਕਲ ਅਸੀਂ ਬਿਲ ਕਰਦੇ ਹਾਂ, ਪੇਸ਼ੈਂਟ ਦੀ ਇਨਵੈਸਟੀਗੇਸ਼ਨਸ ਕਰਾਉਣੀਆਂ ਹੈ, ਇਸ ਤਰ੍ਹਾਂ ਸ਼ਿਫਟ ਕਰਨਾ, ਲੋਕਲੀ ਸਟੇਬਲ ਪੇਸ਼ੈਂਟ ਨੂੰ ਸ਼ਿਫਟ ਕਰਨਾ ਉਹਦੇ ਵਾਸਤੇ। ਰੁਝਾਨ ਦੇ ਮੁਤਾਬਕ ਸਰ ਕਿਹੜੇ ਕਾਈਂਡ ਆਫ ਟ੍ਰੀਟਮੈਂਟਸ ਜਾਂ ਪੇਸ਼ੈਂਟਸ ਜ਼ਿਆਦਾ ਪ੍ਰੋਬਲਮ ਲੈ ਕੇ ਆ ਰਹੇ ਨੇ ਜੀ, ਬਿਮਾਰੀ ਲੈ ਕੇ ਆ ਰਹੇ ਨੇ, ਕਿਸ ਤਰ੍ਹਾਂ ਦੇ ਪੇਸ਼ੈਂਟਸ ਜਿਹੜੇ ਇੱਥੇ ਜ਼ਿਆਦਾ ਟ੍ਰੀਟਮੈਂਟ ਨਹੀਂ ਆਉਂਦੇ ਨੇ? ਸਾਡੇ ਮਲਟੀ ਸਪੈਸ਼ਲਿਟੀ ਸਾਡੇ ਕੋਲ ਹਰ ਤਰ੍ਹਾਂ ਦੇ ਆਉਂਦੇ ਨੇ, ਪਰ ਸਾਡੇ ਜਿਹੜੇ ਜ਼ਿਆਦਾ ਪੇਸ਼ੈਂਟ ਹੁੰਦੇ ਨੇ ਉਹ ਸਰਜਰੀ ਨਾਲ ਰਿਲੇਟਡ ਹੁੰਦੇ ਨੇ। ਲਾਈਕ 60-70% ਪੇਸ਼ੈਂਟ ਜਿਹੜੇ ਸਾਡੇ ਉਹ ਕਿਸੇ ਨਾ ਕਿਸੇ ਸਰਜੀਕਲ ਸਪੈਸ਼ਲਿਟੀ ਨਾਲ ਰਿਲੇਟਡ ਹੁੰਦੇ ਨੇ, ਚਾਹੇ ਜਨਰਲ ਸਰਜਰੀ ਹੋਵੇ, ਲੈਪਰੋਸਕੋਪਿਕ ਸਰਜਰੀ ਹੋਵੇ ਜਾਂ ਗਾਇਨੀ ਸਰਜਰੀ ਹੋਵੇ, ਜਾਂ ਮੈਂ ਸਰਜਰੀ ਦਾ ਨਾਲ ਨੇ ਸਾਰੇ ਸਰਜਰੀ ਕਿਸੇ ਨਾ ਕਿਸੇ 'ਚ ਫਿੱਟ ਹੋ ਜਾਂਦੇ ਨੇ, ਕਿਸੇ ਨਾ ਕਿਸੇ ਵਾਸਤੇ ਆਉਂਦੇ ਨੇ। ਠੀਕ ਹੈ, ਅਸੀਂ ਹਰ ਤਰ੍ਹਾਂ ਦੇ ਪੇਸ਼ੈਂਟ ਲੈਂਦੇ ਹਾਂ, ਬਟ ਅਸੀਂ ਜਿਹੜੇ ਸਾਡੇ ਨਹੀਂ ਕਰਨ ਵਾਲੇ ਹੁੰਦੇ, ਕਾਰਡਿਕ ਸਰਜਨ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ, ਉਹ ਨਹੀਂ ਲੈਂਦੇ। ਅਸੀਂ ਨਿਊਰੋ ਸਰਜਰੀ ਵੀ ਕਰਦੇ ਹਾਂ, ਸਾਡੇ ਕੋਲ 2 ਨਿਊਰੋ ਸਰਜਨ ਨੇ, ਕਿਉਂਕਿ ਜਿਹੜੇ ਅਸੀਂ ਸਪਾਈਨ ਸਰਜਰੀ ਵੀ ਕਰਦੇ ਹਾਂ। ਸਰਜਰੀ ਦਾ ਸਾਰਾ ਸੈਟਅਪ ਹੈਗਾ ਸਰ। ਤੇ ਗਵਰਨਮੈਂਟ ਨੇ ਪਰਮਿਸ਼ਨਸ ਪ੍ਰਾਈਵੇਟ ਹਸਪੀਟਲਸ ਨੂੰ ਵੀ ਦਿੱਤੀ ਹੈ ਵੈਕਸੀਨੇਸ਼ਨ ਲਈ। ਵੈਕਸੀਨ ਪ੍ਰੋਵਾਈਡ ਤੁਹਾਡੇ ਕੋਲ ਹੈ? ਕਿਆ ਵੈਕਸੀਨੇਸ਼ਨ ਤੁਹਾਡੇ ਕੋਲ ਇੱਥੇ ਟ੍ਰੀਟਮੈਂਟ ਹੋਏਗੀ ਜੀ ਆਮ ਪੇਸ਼ੈਂਟ ਦੀ? ਸਰ ਅਸੀਂ
ਲਈ ਇੰਪੈਨਲਡ ਆ ਕੋਵਿਡ ਵਾਸਤੇ ਫॉर ਵੈਕਸੀਨੇਸ਼ਨ। ਅਸੀਂ ਅੱਜ ਤੋਂ ਸਟਾਰਟ ਕਰਤਾ ਕੰਮ। ਕੱਲ ਤੋਂ ਸਾਡੇ ਪੇਸ਼ੈਂਟਸ ਜਿਹੜੇ ਨੇ ਜਿਹੜੇ ਰਜਿਸਟਰ ਹੋ ਚੁੱਕੇ ਨੇ ਉਹ ਐਕਟਿਵਲੀ ਅਸੀਂ ਲਗਾਵਾਂਗੇ। ਅੱਜ ਤੱਕ ਸਾਰੇ ਹਸਪਤਾਲ ਨੇ ਆਪਣੇ ਆਪ ਨੂੰ ਸਟੇਬਲਾਈਜ਼ ਕੀਤਾ ਕਿ ਜਿਹੜੇ ਸੌਫਟਵੇਅਰ ਦੀਆਂ ਪ੍ਰੋਬਲਮ ਸੀ ਜਾਂ ਜੋ ਇੰਸਟਰਕਸ਼ਨ ਸੀ, ਜਿਸ ਤਰ੍ਹਾਂ ਸਟਾਫ ਨੂੰ ਟ੍ਰੇਨਿੰਗ ਦੇਣੀ ਸੀ, ਕੀ ਕਰਨਾ ਸੀ, ਉਹ ਸਾਰਾ ਅੱਜ ਅਸੀਂ ਟ੍ਰੇਨਿੰਗ ਪਾਰਟ ਕੰਪਲੀਟ ਕਰਤਾ ਐਂਡ ਟੁਮਾਰੋ ਵਿਲ ਬੀ ਡੂਇੰਗ ਐਕਟਿਵਲੀ। ਕੀ ਅਲੱਗ ਟ੍ਰੀਟਮੈਂਟ ਉਹਨਾਂ ਵੈਕਸੀਨੇਸ਼ਨ ਕੀ ਸੁਵਿਧਾ ਹੈ ਕਿ ਇੱਕ ਸੈਂਟਰ ਕੋਈ ਬਣਾਇਆ ਗਿਆ ਹੈ ਜੀ ਜਿਸ ਵਿੱਚ ਅਲੋਨ ਉਹਨਾਂ ਨੂੰ ਵੈਕਸੀਨੇਸ਼ਨ ਕੀਤੀ ਜਾ ਸਕੇ, ਔਰ ਕੋਈ ਰੇਟਸ ਵਗੈਰਾ ਗਵਰਨਮੈਂਟ ਦੇ ਟਰਮਸ ਐਂਡ ਕੰਡੀਸ਼ਨਸ ਦੇ ਮੁਤਾਬਕ ਹੀ ਹੈ ਜੀ ਰੇਟਸ ਵਗੈਰਾ? ਬਿਲਕੁਲ, ਅਸੀਂ ਬਲਕਿ ਜੋ ਗਵਰਨਮੈਂਟ ਨੇ ਕਿਹਾ 250 ਰੁਪਏ ਜੀ ਉਹੀ ਲਵਾਂਗੇ। ਜੀ 250 is a bare minimum which is I mean not enough for survival, but we are taking it as a mission ਜੀ ਕਿਉਂਕਿ 150 ਰੁਪਏ ਦੀ ਸਾਨੂੰ ਡੋਜ਼ ਦੇ ਰਹੀ ਹੈ ਸਰਕਾਰ। ਉਹਦੇ ਉੱਪਰ ਥੋੜੇ ਕੰਜ਼ਿਊਮੇਬਲਸ ਵੀ ਲੱਗਣੇ ਨੇ ਸਾਡੇ, ਸਿਰਿੰਜਸ ਵਗੈਰਾ ਯੂਜ਼ ਹੋਣੀ ਹੈ, ਗਲਵਸ ਯੂਜ਼ ਹੋਣੇ ਹੈ, ਫਿਰ ਅਸੀਂ ਇਨਫਰਾਸਟ੍ਰਕਚਰ ਕ੍ਰੀਏਟ ਕਰਨੀ ਹੈ, ਅਸੀਂ ਵੈਕਸੀਨੇਟਰ ਨੂੰ ਵੀ ਪੇਮੈਂਟ ਕਰਨੀ ਹੈ, ਸਾਰੇ ਸਟਾਫ ਨੂੰ ਵੀ ਦੇਣਾ ਪਏਗਾ ਕੁਛ ਨਾ ਕੁਛ, ਹੈ ਨਾ। ਸੋ ਇਟਸ ਨਾਟ ਗੋਇੰਗ ਟੂ ਬੀ ਬਿਗ ਸੇਵਿੰਗ, ਬਟ ਐਜ਼ ਏ ਮੈਡੀਕਲ ਪ੍ਰੋਫੈਸ਼ਨ ਮੈਂ ਤਾਂ ਉਹਨੂੰ ਐਜ਼ ਏ ਮਿਸ਼ਨ ਲਿਆ ਹੈਗਾ ਵੀ ਠੀਕ ਹੈ ਐਟ ਪਾਰ ਹੋ ਜਾਏਗਾ, ਨੋ ਪ੍ਰੋਫਿਟ ਨੋ ਲਾਸ, ਨੋ ਪ੍ਰੋਬਲਮ। ਇਟਸ ਨਾਟ this is not a thing with which we are going to earn a lot of money, but many of my friends were asking me like, when are you starting? When the government announced in the private sector, I was getting calls from my friends and many known persons. When are you starting? ਇੱਕ ਡਾਕਟਰ ਸਾਹਿਬ ਜ਼ਰੂਰੀ ਹੈ ਪੁੱਛਣਾ ਕਿ ਤੁਹਾਨੂੰ ਇਹ ਯਾਦ ਨਹੀਂ ਰਿਹਾ ਕਿ ਵੈਕਸੀਨੇਸ਼ਨ ਵੀ ਆ ਗਈ ਹੈ ਲੇਕਿਨ ਸੈਕਿੰਡ ਡੋਜ਼ ਜਾਂ ਵੈਕਸੀਨੇਸ਼ਨ ਜਾਗਰੂਕਤਾ ਨਾ ਹੋਣ ਕਰਕੇ ਇੰਨੀ ਸਫਲਤਾ ਹਾਲੇ ਨਹੀਂ ਮਿਲ ਪਾ ਰਹੀ ਹੈ? ਸਰ ਦੇਖੋ, ਹਰ ਚੀਜ਼ ਜਿਹੜੀ ਹੈ ਨਾ ਉਹ ਮਤਲਬ ਕਿ ਉਹਦੀ ਨੈਗੇਟਿਵ ਪ੍ਰਚਾਰ ਬਹੁਤ ਹੁੰਦਾ ਹੈ। ਬਸ ਹਿਊਮਨ ਨੇਚਰ ਹੀ ਹੈ ਸ਼ਾਇਦ। ਜਦੋਂ ਵੀ ਕੋਈ ਚੰਗੀ ਚੀਜ਼ ਆਉਂਦੀ ਹੈ ਨਾ, ਸਾਰੀ ਹਿਸਟਰੀ ਪੜ੍ਹ ਲਓ, ਕਦੀ ਵੀ ਚੰਗੀ ਚੀਜ਼ ਆਈ ਹੈ ਨਾ, ਜਦੋਂ ਵੀ ਆਈ ਹੈ ਲੋਕਾਂ ਨੇ ਉਹਦਾ ਵਿਰੋਧ ਕੀਤਾ ਹੀ ਕੀਤਾ। ਇਹ ਉਹ ਗੁਰੂਆਂ ਮਹਾਤਮਾ ਦਾ ਵੀ ਜਦੋਂ ਉਹਨਾਂ ਨੇ ਉਪਦੇਸ਼ ਦਿੱਤਾ ਉਹਦਾ ਵੀ ਵਿਰੋਧ ਕੀਤਾ ਗਿਆ, ਠੀਕ ਹੈ। ਜਿਹਨੇ ਧਰਤੀ ਗੋਲ ਦੱਸੀ ਸੀ ਉਹਦਾ ਵੀ ਵਿਰੋਧ ਹੋਇਆ ਸੀ ਕਿ ਗਲਤ ਦੱਸ ਰਹੇ ਹਾਂ ਜੀ। ਸੋ ਇਹ ਵੈਕਸੀਨ ਦੀ ਇੱਕ ਲੋਕਾਂ ਦੇ ਮਨ 'ਚ ਡਾਊਟ ਸੀ ਕਿ ਬਹੁਤ ਜਲਦੀ ਆ ਗਿਆ, ਇੰਨੀ ਜਲਦੀ ਤਾਂ ਆਉਂਦਾ ਨਹੀਂ ਵੈਕਸੀਨ। ਇਹ ਪੜ੍ਹਿਆ ਲਿਖਿਆ ਦੇ ਦਿਮਾਗ 'ਚ ਸੀ, ਡਾਕਟਰਾਂ ਦੇ ਦਿਮਾਗ 'ਚ ਸੀ। All the vaccine has come in India. Doctors were also very strict. But ਹੁਣ ਮਤਲਬ ਕਿ ਬਹੁਤ ਸਾਰੇ ਲੋਕਾਂ ਨੂੰ ਲੱਗ ਚੁੱਕੇ ਨੇ, ਇਸ ਤੋਂ ਵੱਧ ਕੋਈ ਪ੍ਰੂਫ ਨਹੀਂ ਹੁੰਦਾ। ਅਸੀਂ ਮੈਨੂੰ ਅੱਜ 6 ਹਫ਼ਤੇ ਹੋ ਗਏ ਲਵਾਇਆ ਤੇ ਮਤਲਬ ਕਿ ਵੈਕਸੀਨ ਦਾ ਕਨਸੈਪਟ ਜਿਹੜਾ ਨਾ ਉਹਨੂੰ ਐਕਸਪੀਡਾਈਟ ਕੀਤਾ ਗਿਆ ਕਿਉਂਕਿ ਇਹੋ ਜਿਹੀ ਸਿਚੁਏਸ਼ਨ ਅੱਗੇ ਵਰਡ ਕਦੀ ਨਹੀਂ ਆਈ। ਜਿਹੜਾ ਪ੍ਰਿੰਸੀਪਲ ਆਫ ਵੈਕਸੀਨੇਸ਼ਨ ਹੈ, ਜੇ ਬਣਾਉਣ ਦਾ ਪ੍ਰਿੰਸੀਪਲ ਹੈ ਵੈਕਸੀਨ ਦਾ, ਐਕਸੈਪਟ 1 or 2 ਵੈਕਸੀਨਸ ਦਾ ਡਿਫਰੈਂਟ ਹੈ, ਬਾਕੀ ਸਾਰਿਆਂ ਦਾ ਵੈਕਸੀਨ ਦਾ ਪ੍ਰਿੰਸੀਪਲ ਬਣਾਉਣ ਦਾ ਉਹੀ ਸੀ ਜਿਹੜੇ ਪਹਿਲੇ ਵੈਕਸੀਨ ਦੀ ਤਰ੍ਹਾਂ ਸੀ। ਸਿਰਫ ਟ੍ਰਾਇਲ ਲਈ ਥੋੜਾ ਜ਼ਿਆਦਾ ਟਾਈਮ ਚਾਹੀਦਾ ਹੁੰਦਾ ਹੈ, ਜੇ ਟ੍ਰਾਇਲ ਦਾ ਛੋਟਾ ਟਾਈਮ ਸੀ ਕਿਉਂਕਿ ਹੁਣ ਲੋਕਾਂ ਨੂੰ ਬਹੁਤ ਲੱਗੇ ਸਾਰੇ ਵਰਲਡ ਦੇ ਵਿੱਚ। ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਹੋਣਾ ਚਾਹੀਦਾ। ਮੈਂ ਸਾਰਿਆਂ ਨੂੰ ਇਹ ਐਡਵਾਈਸ ਕਰੂੰਗਾ ਵੀ ਆਪ ਲਵਾਓ ਤੇ ਦੂਜਿਆਂ ਨੂੰ ਲਵਾਓ, ਉਹਨਾਂ ਨੂੰ ਮੋਟੀਵੇਟ ਕਰੋ। ਦਿਸ ਇਜ਼ ਦਾ ਓਨਲੀ ਥਿੰਗ ਜਿਹਦੇ ਨਾਲ ਆਪਾਂ ਇਸ ਤੋਂ ਸ਼ਾਇਦ ਬਚੇ, ਠੀਕ ਹੈ। ਹੋਰ ਦੇਰ ਇਜ਼ ਨੋ ਅਦਰ ਵੇ, ਨਹੀਂ ਤੇ ਇਟ ਵਿਲ ਪਰਸਿਸਟ ਫॉर ਮੈਨੀ ਇਅਰਸ। ਡਾਕਟਰ ਸਾਹਿਬ ਇੱਕ ਵਾਰੀ ਅੰਤ ਵਿੱਚ ਜ਼ਰੂਰ ਪੁੱਛਣਾ ਚਾਹਾਂਗਾ ਕਿ ਹਸਪੀਟਲ ਦੇ ਵਿਸਤਾਰ ਲਈ ਕੋਈ ਯੋਜਨਾ ਨਿਕਲ ਭਵਿੱਖ ਵਿੱਚ ਹੈ ਜੀ? ਸਰ ਯੋਜਨਾ ਰੱਖੀ ਹੋਈ ਸੀ ਕਾਫੀ, ਬਟ ਇੱਕ ਕੋਵਿਡ ਦਾ ਬਹੁਤ ਸੈਟਬੈਕ ਹੋਇਆ। 1 ਸਾਲ ਨਾਲ ਅਸੀਂ ਕਈ ਸਾਲ ਪਿੱਛੇ ਚਲੇ ਗਏ ਹਾਂ, ਠੀਕ ਹੈ। 1 ਸਾਲ ਦੇ ਕੋਵਿਡ ਨੇ ਸਾਨੂੰ ਕਾਫੀ ਮਤਲਬ ਕਿ ਹੋਰ ਤਰ੍ਹਾਂ ਦਾ ਦਿੱਤਾ, ਸਿਖਾਇਆ ਵੀ। ਸੋ ਵੀ ਆਰ ਕੌਸ਼ੀਅਸ ਇਨ ਐਕਸਪੈਂਸ਼ਨ ਫॉर 1 year at least I will concentrate ਕਿ ਜਿਹੜੀਆਂ ਮੈਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਆਰਗੇਨਾਈਜ਼ ਕਰਾਂ, ਉਹਨਾਂ ਨੂੰ ਬੈਟਰ ਵੇ ਨਾਲ ਲੋਕਾਂ ਨੂੰ ਦਿਆਂ ਰਾਦਰ ਦੈਨ ਐਕਸਪੈਂਡ ਕਰਾਂ। ਕਿਉਂਕਿ ਐਕਸਪੈਂਸ਼ਨ ਵਿੱਚ ਅਜੇ ਮੈਂ ਕਹਾਂ 100 ਦਾ ਮੈਂ 150 ਬੈਡ ਕਰ ਲਾਂ, ਇਹ ਮੇਰਾ ਏਮ ਨਹੀਂ ਹੈ। ਮੈਂ 100 ਬੈਡਸ ਨੂੰ ਕਿਸ ਤਰ੍ਹਾਂ ਅੱਛੀ ਤਰ੍ਹਾਂ ਮੈਨੇਜ ਕਰਨਾ, ਕਿਉਂਕਿ ਇਟਸ ਅ ਵੈਰੀ ਡਿਫਿਕਲਟ ਪੀਰੀਅਡ ਫॉर ਪੀਪਲ ਫॉर ਅਸ। ਅਸੀਂ ਸਿਰਫ ਸਾਡੇ ਲਈ ਨਹੀਂ, ਲੋਕਾਂ ਲਈ ਵੀ ਹੈ। ਲੋਕੀ ਫਾਈਨੈਂਸ਼ੀਅਲੀ ਵੀ ਬਹੁਤ ਵੀਕ ਹੋ ਗਏ ਨੇ, ਲੋਕਾਂ ਕੋਲ ਕਿਰਾਇਆ ਦੇਣ ਵਾਸਤੇ ਨਹੀਂ ਹੈਗਾ। ਔਰ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਦੀ ਮਾਲੀ ਹਾਲਤ ਖਰਾਬ ਹੁੰਦੀ ਹੈ ਨਾ, ਸਭ ਤੋਂ ਜ਼ਿਆਦਾ ਉਹ ਸਿਹਤ ਖਰਾਬ ਕਰਕੇ ਹੁੰਦੀ ਹੈ। ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਸਿਹਤ ਖਰਾਬ ਹੋ ਜਾਏਗੀ, ਉਹਨੇ ਪੈਸੇ ਲੱਗ ਜਾਣਗੇ ਮੇਰੇ। ਤਾਂ ਹੀ ਅਸੀਂ ਵੀ ਆਰ ਆਲਵੇਜ਼ ਕਿ ਡਾਕਟਰ ਬਹੁਤ ਪੈਸੇ ਲੈਂਦੇ ਨੇ, ਕਰਦੇ ਨੇ, ਕਿਉਂਕਿ ਲੋਕ ਆਪਣੇ ਦਿਲ ਤੋਂ ਬੋਲ ਰਹੇ ਹੁੰਦੇ ਨੇ। ਉਹਨਾਂ ਦੇ
ਜਿਹੜੇ ਸੇਵਿੰਗ ਕੀਤੀ ਹੁੰਦੀ ਉਹ ਡਾਕਟਰ ਮੇਰੀ ਪੈ ਜਾਂਦੀ ਹੈ। ਇੱਕ ਧਾਰਨਾ ਬਣ ਚੁੱਕੀ ਹੈ ਜੀ ਪ੍ਰਾਈਵੇਟ ਹਸਪੀਟਲਸ ਬਾਰੇ ਕਿ ਕਾਫੀ ਮਹਿੰਗੀ ਟ੍ਰੀਟਮੈਂਟ ਹੁੰਦੀ ਹੈ, ਕਾਫੀ ਲੁੱਟ ਖਸੁੱਟ ਹੁੰਦੀ ਹੈ, ਕਾਫੀ ਪੈਸੇ ਲੈ ਲੈਂਦੇ ਨੇ, ਲਾਪਰਵਾਹੀ ਹੁੰਦੀ ਹੈ ਗਾਇਨੀ ਕੇਸਿਸ ਵਿੱਚ, ਦੂਜੇ ਕੇਸਿਸ ਵਿੱਚ ਹੈ ਜੀ। ਤੁਹਾਡੇ ਮਿਸਿਸ ਡਾਕਟਰ ਤੇਜਿੰਦਰ ਕੌਰ ਹੈਗੇ ਨੇ ਗਾਇਨੀ, ਤੁਹਾਡੇ ਇਸ ਬਾਰੇ ਕੀ ਕਹਿਣਾ ਹੈ? ਤਾਂ ਦੇਖੋ ਮੈਂ ਕਿਸੇ ਬਾਰੇ ਤੇ ਨਹੀਂ ਕਹਿ ਸਕਦਾ, ਪਰ ਜਨਰਲਾਈਜ਼ ਜਿਹੜੀ ਗੱਲ ਹੈ ਨਾ, ਜਿਹੜੀ ਜੇ ਗਵਰਨਮੈਂਟ ਸੈਕਟਰ ਬਹੁਤ ਅੱਛਾ ਹੁੰਦਾ ਤਾਂ ਨਾ ਪ੍ਰਾਈਵੇਟ ਸਕੂਲ ਹੁੰਦੇ ਤੇ ਨਾ ਪ੍ਰਾਈਵੇਟ ਹਸਪੀਟਲ ਹੁੰਦੇ। ਚੰਗੇ ਮੁਲਕਾਂ 'ਚ ਜਿੱਥੇ ਉਹਨਾਂ ਨੇ ਗਵਰਨਮੈਂਟ ਦੀ ਬੜੀ ਅੱਛੀ ਸਰਵਿਸ ਦਿੱਤੀ ਹੈ, ਉੱਥੇ ਕੋਈ ਪ੍ਰਾਈਵੇਟ ਡਾਕਟਰ ਹੈਗਾ? ਤੁਸੀਂ ਜਾ ਕੇ ਦੇਖੋ ਯੂਕੇ ਦੇ ਵਿੱਚ ਨੈਸ਼ਨਲ ਹੈਲਥ ਸਰਵਿਸ ਹੈ, ਕੈਨੇਡਾ ਚਲੇ ਜਾਓ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਸਾਰੀ ਸਰਵਿਸ, ਠੀਕ ਹੈ। ਕਿਸੇ ਵੀ ਡਿਵੈਲਪ ਕੰਟਰੀ ਦੇ ਵਿੱਚ ਗਵਰਨਮੈਂਟ ਟੇਕਸ ਕੇਅਰ ਆਫ ਯੂਰ ਹੈਲਥ। ਸਾਡੇ ਕੋਈ ਵੀ ਬੰਦਾ ਜਿਹੜਾ ਗਵਰਨਮੈਂਟ ਹਸਪੀਟਲ 'ਚ ਜਾਂਦਾ ਹੈ ਨਾ, ਉਹ ਇਹ ਸੋਚ ਕੇ ਜਾਂਦਾ ਕਿ ਮੇਰੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਹੈਗੇ, ਇਸ ਕਰਕੇ ਮੈਨੂੰ ਜਾਣਾ ਪੈ ਰਿਹਾ ਹੈ। Doctors may be better than in private, there is no doubt. There may be very learned doctors in government sector. पर learned doctor ਕੀ ਕਰੇਗਾ जो कोई proper मिलना नहीं। मैंने आप ट्रेनिंग ले आज तो 40 साल पहले दी मैं गल करदा ते आज दी गल करदा हां। वही shortages, वही problems, वही नर्सें, वही पैरामेडिकल ਦੀਆਂ problems 40 ਸਾਲਾਂ ਚ ਵੀ ਸੋਲਵ ਨਹੀਂ ਹੋਈਆਂ। ਜਿਹੜੇ ਮੇਰੇ ਜ਼ਮਾਨੇ ਸੀ ਉਹ ਮੇਰੇ ਬੱਚਿਆਂ ਦੇ ਜ਼ਮਾਨੇ ਸੀ ਜਿਨ੍ਹਾਂ ਨੇ ਹੁਣ ਕੀਤੀ ਹੈ। ਗਵਰਨਮੈਂਟਸ ਦੇ ਦਾ ਬਲਕਿ ਦੇ ਆਰ ਪਾਸਿੰਗ ਔਨ ਦਾ ਬਲੇਮ ਟੂ ਪ੍ਰਾਈਵੇਟ ਹਸਪੀਟਲਸ। ਇਹ ਗਵਰਨਮੈਂਟ ਦੀ ਇੱਕ ਰੀਤ ਬਣ ਗਈ ਹੈ ਪੋਲੀਟੀਸ਼ੀਅਨ ਦੀ ਕਿ ਆਪਣੇ ਗਲੋਂ ਲਾਓ ਤੇ ਪ੍ਰਾਈਵੇਟ ਦੇ ਗਲੇ ਪਾ ਲਓ। ਸਕੂਲਾਂ ਨੂੰ ਵੀ ਬਦਨਾਮ ਕਰੋ, ਹਸਪਤਾਲਾਂ ਨੂੰ ਵੀ ਬਦਨਾਮ ਕਰੋ। ਕੋਈ ਵੀ ਹਸਪਤਾਲ ਜਿਹੜਾ ਪ੍ਰਾਈਵੇਟ ਹਸਪੀਟਲਸ ਨੇ ਲੁੱਟ ਖਸੁੱਟ ਤਾਂ ਮੈਂ ਨਹੀਂ ਕਹਿ ਸਕਦਾ ਵਿੱਚ ਬਲੈਕ ਸ਼ੀਪ ਹਰ ਕਿਤੇ ਹੁੰਦੀ ਹੋਏਗੀ। ਇਹਨੂੰ ਕੌਣ ਰੂਲ ਆਊਟ ਕਰ ਸਕਦਾ ਹੈ? ਐਵਰੀਵੇਅਰ ਇਜ਼ ਅ ਬਲੈਕ ਸ਼ੀਪ। ਬਟ ਆਈ ਅਸ਼ੋਰ ਯੂ ਅੱਜ ਦੇ ਦਿਨ ਦੇ ਵਿੱਚ ਵੀ ਜਿੰਨੇ ਮੇਰੇ ਕੋਲੀਗ ਨੇ ਜਿਹਨਾਂ ਨੂੰ ਮੈਂ ਜਾਣਦਾ ਵਾਂ 90% ਤੋਂ ਉੱਪਰ ਬੜੇ ਓਨੈਸਟ ਅਪਰਾਈਟ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੇਸ਼ੈਂਟਸ ਨੂੰ ਦਿੱਤੀ ਹੈ ਔਰ ਬੜਾ ਅੱਛਾ ਕੰਮ ਕਰ ਰਹੇ ਨੇ ਸ਼ਹਿਰ ਦੇ ਵਿੱਚ। ਹੁਣ ਜੇ ਤੁਸੀਂ ਆਓ ਮੇਰੇ ਕੋਲ, ਤੁਸੀਂ ਕਹੋ ਜੀ ਮੈਨੂੰ ਹਾਈ ਟੈਕਨੋਲੋਜੀ ਦਾ ਮੈਨੂੰ ਇਲਾਜ ਕੀਤਾ ਜਾਏ, ਠੀਕ ਹੈ, ਉਹ ਟੈਕਨੋਲੋਜੀ ਕਿੱਥੋਂ ਆਏਗੀ? ਪੈਸੇ ਨਾਲ ਆਏਗੀ ਨਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ। ਅੱਜ ਤੋਂ 20 ਸਾਲ ਪਹਿਲੇ ਲੈਪਰੋਸਕੋਪਿਕ ਸਰਜਰੀ ਕੇਮ ਲਾਈਕ ਅ ਡ੍ਰੀਮ। ਮੈਨੂੰ 16 ਲੱਖ ਦਾ ਸਮਾਨ ਲੈਣਾ ਪਿਆ ਉਸ ਜ਼ਮਾਨੇ ਦੇ ਵਿੱਚ, ਹਾਂਜੀ, ਵਿਚ ਵਾਸ ਅ ਹਿਊਜ ਅਮਾਊਂਟ। ਥਿੰਕ ਆਫ 94-95 ਮੈਂ 16 ਲੱਖ ਦਾ ਸਮਾਨ ਲਿਆ। ਮੈਨੂੰ ਲੱਗਿਆ ਮੈਂ ਬਹੁਤ ਕਾਸਟਲੀ ਸਮਾਨ ਲੈ ਲਿਆ, ਅਜੇ ਮੈਨੂੰ ਆਉਂਦੀ ਨਹੀਂ ਸੀ ਕਰਨੀ, ਆਈ ਹੈਡ ਟੂ ਲਰਨ ਇਟ। ਹੁਣ ਅੱਜ ਮੈਂ ਉਹੀ ਕੈਮਰਾ ਜਿਹੜਾ ਉਹ ਮੈਂ 16 ਲੱਖ ਦਾ ਲਿਆ ਸੀ, ਉਹਨੇ ਇੰਨੀ ਟੈਕਨੋਲੋਜੀ ਚੇਂਜ ਕਰਤੀ ਹੈ। ਅਜੇ ਮੈਂ 1 ਮਹੀਨਾ ਪਹਿਲਾਂ ਉਹ ਕੈਮਰਾ 50 ਲੱਖ ਦਾ ਲਿਆ, ਉਹ ਸਮਾਨ 50 ਲੱਖ ਦਾ ਲਿਆ। ਉਹ ਪੈਸੇ ਡਾਕਟਰ ਨੇ ਪੇਸ਼ੈਂਟਸ ਤੋਂ ਹੀ ਲੈਣੇ ਨੇ ਨਾ। ਟੈਕਨੋਲੋਜੀ ਦੇਖਦੇ ਚਾਹੁੰਦੇ ਹੋ ਕਿ ਟੈਕਨੋਲੋਜੀ ਅੱਛੀ ਹੈ, ਅਸੀਂ ਉਹਦੇ ਪੈਸੇ ਨਹੀਂ ਲੈ ਸਕਦੇ। ਹੁਣ ਮੈਂ ਕਹਾਂ ਜੀ ਮੈਂ ਟੈਕਨੋਲੋਜੀ ਲਿਆ ਜੀ 30,000 ਦਾ, ਮੈਂ ਤੁਹਾਨੂੰ ਹੁਣ 80,000 'ਚ ਕਰੂੰਗਾ। ਇਹ ਕਾਰਪੋਰੇਟ ਵਾਲੇ ਕਰਦੇ, ਉਹ ਬੰਦੇ ਕਰਦੇ। ਅਸੀਂ ਕੀ ਕਰਾਂਗੇ? ਅਸੀਂ ਤੁਹਾਨੂੰ ਕਹਾਂਗੇ 30 ਦਾ ਅਸੀਂ 35 ਲੈਣ ਲੱਗੇ ਹਾਂ। ਉਹਦੇ ਵਿੱਚ ਕਈ ਤਾਂ ਅੰਡਰਸਟੈਂਡੇਬਲ ਹੁੰਦਾ, ਠੀਕ ਹੈ 35। ਕਈ ਲੋਕੀ ਕਹਿਣਗੇ ਡਸਨ ਨਹੀਂ, ਤੁਸੀਂ 35 ਵੀ ਨਾ ਲਓ, ਹੁਣ 30 ਹੀ ਲੈ ਲਓ। ਅਸੀਂ ਉਹਨੂੰ ਕਦੀ ਇਸ ਤਰ੍ਹਾਂ ਨਹੀਂ ਕਹਾਂਗੇ ਤੇਰਾ ਉਹਦੇ ਨਾਲ ਨਹੀਂ ਕਰਾਂਗੇ, ਇਹਦੇ ਨਾਲ ਕਰਾਂਗੇ, ਅਸੀਂ ਉਹਦੇ ਨਾਲ ਹੀ ਕਰਦੇ ਹਾਂ। ਬਟ ਇਹ ਜਿਹੜਾ ਕਨਸੈਪਟ ਬਣ ਗਿਆ ਨਾ ਵੀ ਡਾਕਟਰ ਲੁੱਟ ਖਸੁੱਟ ਕਰਦੇ ਆ, ਇਹ ਸਮਹਾਉ ਕੁਝ ਡਾਕਟਰਸ ਇਹੋ ਜਿਹੇ ਹੈਗੇ ਸਾਡੇ ਵਿੱਚ ਜਿਹੜੇ ਕਰਦੇ ਹੋਣਗੇ, ਮੈਂ ਇਹ ਨਹੀਂ ਕਹਿੰਦਾ। ਬਟ ਬਿਲੀਵ ਮੀ ਐਂਡ ਪਲੀਜ਼ ਇਹਨੂੰ ਆਪਣੇ ਮਨ 'ਚ ਲਓ ਕਿ ਡਾਕਟਰਸ ਜਿੰਨਾ ਕੰਮ ਕਰਦੇ ਨਾ, ਸਾਰੇ ਪ੍ਰੋਫੈਸ਼ਨਸ, ਕੋਈ ਪ੍ਰੋਫੈਸ਼ਨ ਲੈ ਲਓ, ਇੰਜੀਨੀਅਰਸ ਲੈ ਲਓ, ਆਰਕੀਟੈਕਟਸ ਲੈ ਲਓ, ਚਾਰਟਰਡ ਅਕਾਊਂਟੈਂਟ ਲੈ ਲਓ, ਸਾਰਿਆਂ ਨਾਲੋਂ ਜਿਹੜਾ ਅੱਛਾ ਕੰਮ ਹੈ ਉਹ ਡਾਕਟਰ ਕਰ ਰਹੇ ਅੱਜ ਦੇ ਦਿਨ ਦੇ ਵਿੱਚ। ਜੀ ਡਾਕਟਰ ਸਾਹਿਬ, ਕਿਹੜੀਆਂ ਕੰਪਨੀਆਂ ਦੀ ਮੈਡੀਕਲ ਇੰਸ਼ੋਰੈਂਸ ਤੁਹਾਡੇ ਕੋਲ ਅਵੇਲੇਬਲ ਹਰਤੇਜ ਹਸਪੀਟਲ ਦੇ ਅਵੇਲੇਬਲ ਹੈਗੀ ਜੀ ਫੈਸਿਲਿਟੀ? ਜਿੱਥੇ ਤੱਕ ਮੇਰੀ ਨੌਲੇਜ ਹੈ ਆਫ ਹੈਂਡ ਵਿਦਆਊਟ ਮੈਮਰੀ, ਮੇਰੇ ਕੋਲ ਸਾਰੀ ਮੇਜਰ ਕੰਪਨੀ ਜਿੰਨੀਆਂ ਵੀ ਇੰਡੀਆ 'ਚ ਹੈਗੀਆਂ ਸਾਡੇ ਕੋਲ ਸਾਰਿਆਂ ਦੀ ਹੈਗੀ ਹੈ। ਸ਼ਾਇਦ ਕੋਈ ਨਵੀਂ ਆਈ ਹੋਵੇ ਤੇ ਮੈਂ ਮਤਲਬ ਕਿ ਪੜ੍ਹ ਕੇ ਦੱਸ ਸਕਦਾ। ਬਾਕੀ ਜਿੰਨੇ ਵੀ TPS ਨੇ, ਇੰਸ਼ੋਰੈਂਸ ਦੋ ਤਰ੍ਹਾਂ ਦਾ ਹੁੰਦਾ ਹੈ। ਵਨ ਇਜ਼ ਸੋਸ਼ਲ ਇੰਸ਼ੋਰੈਂਸ, ਗਵਰਨਮੈਂਟ ਇੰਸ਼ੋਰੈਂਸ, ਐਂਡ ਸੈਕਿੰਡ ਇਜ਼ ਪ੍ਰਾਈਵੇਟ ਇੰਸ਼ੋਰੈਂਸ। ਪ੍ਰਾਈਵੇਟ ਇੰਸ਼ੋਰੈਂਸ ਵਿੱਚ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਤੁਹਾਨੂੰ ਇੰਸ਼ੋਰੈਂਸ ਕਰਦੀ ਹੈ, ਸਾਡੇ ਕੋਲ ਆਉਂਦੇ ਹੋ ਨਾ, ਸਿਸਟਮ ਸਾਡੇ ਕੋਲ ਆਉਂਦਾ। ਸੈਕਿੰਡ ਇਜ਼ ਗਵਰਨਮੈਂਟ ਇੰਸ਼ੋਰੈਂਸ, ਸੋਸ਼ਲ ਇੰਸ਼ੋਰੈਂਸ। ਉਹਦੇ 'ਚ ਸੋਸ਼ਲ ਇੰਸ਼ੋਰੈਂਸ ਜਿਸ ਤਰ੍ਹਾਂ ਹੁਣ ਆਯੁਸ਼ਮਾਨ ਆ ਗਈ, ਠੀਕ ਹੈ, ਬੀਮਾ ਜਿਹਨੂੰ ਸਿਹਤ ਬੀਮਾ ਯੋਜਨਾ ਕਹਿੰਦੇ ਸੀ। ਇਸ ਤਰ੍ਹਾਂ ਭਾਈ ਕਨ੍ਹਈਆ ਆਈ ਸੀ, ਹਾਂਜੀ, ਲੋਕਾਂ ਦੇ ਪੀਲੇ ਕਾਰਡ, ਨੀਲੇ ਕਾਰਡ, ਦੀਜ਼ ਆਰ ਸੋਸ਼ਲ ਇੰਸ਼ੋਰੈਂਸਿਸ। ਲਾਈਕ ਸਾਡੇ ਕੋਲ ਐਕਸ ਸਰਵਿਸਮੈਨ ਹੈਗੇ ਹਨ, ਐਕਸ ਸਰਵਿਸਮੈਨ ਉਹ ਗਵਰਨਮੈਂਟ ਉਹਨਾਂ ਦੀ ਪੇ ਕਰਦੀ ਹੈ।
ਇਸ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਆ ਗਈ ਹੈ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹ CGHS ਦੇ ਥਰੂ ਆ ਗਈ ਸਾਡੇ ਕੋਲ, ਸੈਂਟਰਲ ਗਵਰਨਮੈਂਟ ਸਰਵਿਸਿਜ਼, ਇਹ ਸਾਰੀ ਸਾਡੇ ਕੋਲ ਹੈਗੀਆਂ। CGHS ਹੈਗੀ ਸਾਡੇ ਕੋਲ, ਜਿਸ ਮਤਲਬ ਕਿ ਅਜੇ ਅੰਮ੍ਰਿਤਸਰ 'ਚ ਇੰਨੇ EMPLOYE ਨਹੀਂ ਹੈ CGHS ਦੇ, ਪਰ ਫਿਰ ਵੀ ਕਾਫੀ ਹੈ। ਇਹਨੂੰ ਮਤਲਬ ਕਿ CGHS ਹੁਣ ਇੱਥੇ ਸੈਂਟਰ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਯੋਜਨਾ ਦੇ ਤਹਿਤ 5 ਲੱਖ ਜਿਹੜੇ ਕਵਰ ਹੈ ਉਸਦੇ ਤਹਿਤ ਕੀ ਇਲਾਜ ਚੱਲ ਰਿਹਾ ਜੀ ਹਰਤੇਜ ਹਸਪੀਟਲ? ਅਸੀਂ ਉਹਦੇ 'ਚ ਸਾਡੇ ਕੋਲ ਇੱਕ ਦੋ ਸਪੈਸ਼ਲਿਟੀਜ਼ ਹੈਗੀਆਂ ਜਿਹੜੀਆਂ ਅਸੀਂ ਕਰ ਰਹੇ ਹਾਂ। ਯੂਰੋਲੋਜੀ ਸਾਡੇ ਕੋਲ ਹੈਗੀ ਹੈ, ਉਹ ਯੂਰੋਲੋਜੀ ਕਾਫੀ ਕਰ ਰਹੇ ਹਾਂ ਇਹਦੇ ਵਿੱਚ। ਬਾਕੀ ਜਿਹੜੀ ਹੈਗੀ ਹੈ ਆਯੁਸ਼ਮਾਨ ਉਹਦੇ ਵਿੱਚ ਜਿਹੜੇ ਸਾਡੇ ਕੋਲ ਮਤਲਬ ਕਿ ਜਨਰਲ ਪੇਸ਼ੈਂਟਸ ਆਉਂਦੇ ਨੇ, ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਮੈਂ ਦੇਖਿਆ ਆਯੁਸ਼ਮਾਨ ਦੀ ਜਿਹੜੇ ਗਵਰਨਮੈਂਟ ਨੇ ਕਾਰਡ ਬਣਾਏ ਨੇ ਨਾ, ਉਹ ਗਰੀਬ ਆਦਮੀ ਰਹਿ ਗਏ ਨੇ ਤੇ ਅਮੀਰ ਆਦਮੀ ਦੇ ਕਾਰਡ ਬਣਾ ਦਿੱਤੇ ਨੇ। ਹਾਂਜੀ, ਸਾਡੇ ਕੋਲ ਵੀ ਆਯੁਸ਼ਮਾਨ ਦਾ ਕਾਰਡ ਲੈ ਕੇ ਆਉਂਦੇ ਨੇ ਜੀ, ਕਹਿੰਦੇ ਸਾਨੂੰ ਪ੍ਰਾਈਵੇਟ ਰੂਮ ਦੇ ਦਿਓ। ਨਹੀਂ, ਹਰਤੇਜ ਹਸਪੀਟਲ ਵਿੱਚ ਕਿਹੜੇ ਮਤਲਬ ਕਿ ਇਲਾਜ ਕਵਰ ਹੈਗੇ ਨੇ ਜੀ? ਆਯੁਸ਼ਮਾਨ ਦੇ ਵਿੱਚ ਅਸੀਂ ਲੈ ਲੈਂਦੇ ਆ ਦਿਸ ਯੂਰੋਲੋਜੀ ਬੇਸਿਕਲੀ, ਤੇ ਸੈਕਿੰਡ ਸਾਡੇ ਕੋਲ ਹੈਗਾ ਬਸ ਇੰਨਾ ਹੀ ਹੈ। ਆਯੁਸ਼ਮਾਨ ਦੇ ਵਿੱਚ ਸਾਡੇ ਕੋਲ ਯੂਰੋਲੋਜੀ ਹੈ ਤੇ ਜਾਂ ਫਿਰ ਸ਼ਾਇਦ ਨਿਊਰੋ ਹੈਗੀ ਹੈ ਮੇਰੇ ਖਿਆਲ ਨਾਲ, ਸ਼ਾਇਦ। ਸਰ, ਕੋਈ ਸੰਦੇਸ਼ ਪੇਸ਼ੈਂਟਸ ਸਮਾਜ ਨੂੰ ਤੁਸੀਂ ਦੇਣਾ ਚਾਹੋਗੇ? ਸਮਾਜ ਨੂੰ ਇਹ ਸੰਦੇਸ਼ ਹੈ ਕਿ ਡਾਕਟਰ ਅੱਜ ਵੀ ਚੰਗੇ ਨੇ, ਕੱਲ ਵੀ ਚੰਗੇ ਸੀ, ਫਿਰ ਵੀ ਚੰਗੇ ਰਹਿਣਗੇ, ਤੇ ਜ਼ਿਆਦਾ ਜਿਹੜਾ ਨੈਗੇਟਿਵ ਮੀਡੀਆ ਪ੍ਰਚਾਰ ਨਾ ਕਰੇ, ਡਾਕਟਰਾਂ ਬਾਰੇ ਕੁਝ ਚੰਗਾ ਬੋਲੇ। ਡਾਕਟਰ ਤੇ ਪੇਸ਼ੈਂਟ ਦਾ ਬਹੁਤ ਪਾਇਸ ਰਿਲੇਸ਼ਨ ਹੁੰਦਾ, ਬਹੁਤ ਪਾਇਸ ਰਿਲੇਸ਼ਨ ਹੈਗਾ, ਇਹਨੂੰ ਪਲੀਜ਼ ਸਪੋਇਲ ਨਾ ਕਰੋ, ਠੀਕ ਹੈ। ਜਦੋਂ ਕੋਈ ਡਾਕਟਰ ਦੀ ਬੈਡ ਨਿਊਜ਼ ਹੁੰਦੀ ਹੈ ਨਾ, ਕੈਮਰੇ ਵਾਲੇ ਸਾਰੇ ਇਕੱਠੇ ਹੋ ਕੇ ਆ ਜਾਂਦੇ, ਮੀਡੀਆ ਵਾਲੇ ਇਕੱਠੇ ਹੋ ਕੇ ਆ ਜਾਂਦੇ। ਇਹ ਡਾਕਟਰ ਦੇ ਹਸਪਤਾਲ 'ਚ ਹੋ ਗਿਆ। ਜੇ ਡਾਕਟਰ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੁੰਦਾ ਤੇ ਉਹ ਟੀਮ ਕਹਿੰਦੀ ਆ ਇਹ ਤਾਂ ਆਮ ਗੱਲ ਹੈ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਨਾ। ਜਾਂ ਡਾਕਟਰ ਆਪ ਕਹਿ ਕੇ ਕੋਈ ਚੰਗੀ ਨਿਊਜ਼ ਲਵਾ ਲੇ ਤਾਂ ਲਵਾ ਲੇ, ਠੀਕ ਹੈ। ਮੇਰੇ ਕੋਲ ਵਾਕਫ ਹੋਏ, ਤੁਸੀਂ ਮੇਰੇ ਵਾਕਫ ਹੋ, ਮੈਂ ਤੁਹਾਨੂੰ ਕਹਾਂ ਜੀ ਮੈਂ ਬਹੁਤ ਵਧੀਆ ਕੰਮ ਕੀਤਾ ਜੀ, ਤੇ ਤੁਸੀਂ ਆ ਕੇ ਮੇਰੀ ਨਿਊਜ਼ ਲਾ ਦੋਗੇ, ਮੇਰੇ ਨਾਲ ਚੰਗੀ। ਜੇ ਮੇਰੇ ਕੋਲ ਕੋਈ ਗਲਤ ਕੰਮ ਹੋ ਗਿਆ, ਤੁਸੀਂ ਇਕੱਲੇ ਨਹੀਂ ਆਓਗੇ, ਸਾਰਾ ਮੀਡੀਆ ਆਊਗਾ ਔਰ ਕਹੇਗਾ ਤੇ ਗਲਤ ਕੰਮ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ। ਨੈਗੇਟਿਵ ਪ੍ਰਚਾਰ ਬਹੁਤ ਹੈ, ਇਸ ਕਰਕੇ ਡਾਕਟਰ ਬਦਨਾਮ ਹੋ ਰਹੇ। ਪਲੀਜ਼ ਮੇਰਾ ਮੈਸੇਜ ਮੀਡੀਆ ਨੂੰ ਵੀ, ਜਨਰਲ ਪਬਲਿਕ ਨੂੰ ਵੀ ਇਹ ਹੈ ਕਿ ਡਾਕਟਰ ਨਾਲ ਪਰਸਨਲ ਰਿਲੇਸ਼ਨ 'ਚ ਰਹੋ, ਹਮੇਸ਼ਾ ਪਰਸਨਲ ਰਿਲੇਸ਼ਨ 'ਚ ਰਹਿਣਾ ਚਾਹੀਦਾ। ਪਰਸਨਲ ਤੁਹਾਡੇ ਡਾਕਟਰ ਆਪਣੇ ਵਾਕਫ ਹੁੰਦੇ ਨੇ ਸਾਰੇ, ਹਰ ਪੇਸ਼ੈਂਟ ਦਾ ਕੋਈ ਨਾ ਕੋਈ ਪਰਸਨਲ ਡਾਕਟਰ ਹੁੰਦਾ, ਉਹਨੂੰ ਉੱਤੇ ਫੇਥ ਹੁੰਦਾ। ਔਰ ਮੈਨੂੰ ਲੱਗਦਾ ਉਹ ਫੈਮਿਲੀ ਕਨਸੈਪਟ ਦੁਆਰਾ ਆਉਣਾ ਚਾਹੀਦਾ। ਫੈਮਿਲੀ ਫਿਜ਼ੀਸ਼ੀਅਨ ਦਾ ਕਨਸੈਪਟ ਆਏਗਾ ਤੇ ਫਿਰ ਅਸੀਂ ਸਾਰੇ ਠੀਕ ਹੋ ਜਾਵਾਂਗੇ। ਉਨੀ ਦੇਰ ਇਹ ਟੈਕਨੋਲੋਜੀ, ਬਿਜ਼ਨਸ, ਕੱਟਸ, ਕਮਿਸ਼ਨਸ, ਇਹ ਜਿਹੜੇ ਇਹਨਾਂ ਸਾਰੇ ਡਾਕਟਰਾਂ ਨੂੰ ਬਦਨਾਮ ਕਰਤਾ। ਸਾਰੇ ਡਾਕਟਰ ਇਸ ਤਰ੍ਹਾਂ ਦੇ ਨਹੀਂ।